5G ਦੀਆਂ ਡੈਫੀਨੇਟਲੀ ਜੇ ਸਪੀਡ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇੰਟਰਨੈਟ ਆਪਾਂ ਚਾਹੁੰਦੇ ਹਾਂ ਕਿ ਜਲਦੀ ਕੰਮ ਹੋ ਜਾਏ ਟੈਕਨੋਲੋਜੀ ਫਾਸਟ ਹੋ ਜਾਏ ਤਾਂ ਉਹਦਾ ਕੋਈ ਕਾਸਟ ਵੀ ਹੈ ਔਰ ਡੈਫੀਨੇਟਲੀ ਉਹਦਾ ਹਿਊਮਨ ਹੈਲਥ ਐਨੀਮਲ ਹੈਲਥ ਔਰ ਪਲਾਂਟਸ ਔਰ এনवायरमेंट ਤੇ ਇਫੈਕਟ ਤੇ ਹੋਣਗੇ ਰੇਡੀਏਸ਼ਨਸ। ਫੋਰਨ ਕੰਟਰੀਜ਼ 'ਚ ਲਗਭਗ 390 ਸਾਇੰਟਿਸਟਾਂ ਨੇ ਆਪਣੀ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ਜਿਹੜੇ ਫੋਰਨ 'ਚ ਰਿਸਰਚ ਹੋਈ ਹੈ ਉਹ ਅਨਬਾਇਸਡ ਵੇ 'ਚ ਹੋਣੀ ਚਾਹੀਦੀ ਹੈ, ਜਿਹੜੀ ਆਲਰੇਡੀ ਹੋਈ ਹੈ ਠੀਕ ਨਹੀਂ ਹੋਈ, ਉਹ ਥੋੜਾ ਅਨਪਾਰਸ਼ੀਅਲ ਵੇ 'ਚ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ 2-4-6 ਮਹੀਨੇ ਦੀ ਸਟੱਡੀ ਕਰਕੇ ਆਪਾਂ ਉਹਦੇ ਪੂਰੇ ਇਫੈਕਟਾਂ ਨੂੰ ਨਹੀਂ ਜਾਣ ਸਕਦੇ। ਲੱਗਦਾ ਕਿ 5G ਆਏਗੀ ਤੇ ਹੋਰ ਛੇਤੀ ਕੰਮ ਹੋ ਜਾਏਗਾ, ਲੇਕਿਨ ਇਹਦੇ ਨਾਲ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਦਾ ਸਾਡੀ ਬਾਡੀ ਤੇ ਕੀ ਇਫੈਕਟ ਹੈ, ਸਾਡੇ এনवायरमेंट ਤੇ ਕੀ ਇਫੈਕਟ ਹੈ, ਸਾਡੀ ਪਲਾਂਟਸ ਤੇ ਕੀ ਇਫੈਕਟ ਹੈ, ਕਿਉਂਕਿ ਜੀਣਾ ਔਰ ਵਿਚਰਨਾ ਤੇ ਅਸੀਂ ਐਸੇ এনवायरमेंट ਦੇ ਵਿੱਚ ਹੈ। D4 न्यूज़ देख रहे तमाम दोस्तों को दीपक भंडारी का नमस्कार। आज हम बात करेंगे 5G पर। 5G का ट्रायल शुरू करने के लिए सरकार की ओर से इजाज़त दे दी गई है। अभिनेत्री जूही चावला भी इसको रुकवाने के लिए अदालत पहुंच गई थी। इंडिया में जो ये ट्रायल कर रही हैं कंपनियां बड़ी हैं, एयरटेल है, जियो है, वोडाफोन है, MTNL जैसी कंपनियां हैं, ये इस ट्रायल का हिस्सा बनेंगी। 5G को लेकर कई तरह की लोगों को आकांक्षाएं हैं, उनके जहन में सवाल कौन रहे हैं कि ये जो बीमारियां बढ़ाएगा, क्योंकि इसकी रेडिएशन जो होगी 4G से 100 गुना लगभग अधिक होगी। हमारे साथ हैं सरकारी मेडिकल कॉलेज के SPM विभाग के मुखी डॉक्टर संजीव महाजन। इनसे बात करते हैं। डॉक्टर नमस्कार जी। नमस्कार जी। डॉक्टर साहब 5G ਨੂੰ ਲੈ ਕੇ ਕਈ ਸਾਰੀਆਂ ਉਲਝਣ ਲੋਕਾਂ ਦੇ ਦਿਮਾਗ 'ਚ ਸਵਾਲ ਆ ਰਹੇ ਹਨ, ਕਿਉਂਕਿ ਜਦੋਂ 4G ਆਇਆ ਸੀਗਾ ਉਸ ਤੋਂ ਬਾਅਦ ਦੇਖਿਆ ਗਿਆ ਕਿ ਸਪੈਰੋ ਜਿਹੜੀਆਂ ਚਿੜੀਆਂ ਖਤਮ ਹੋ ਗਈਆਂ, ਤੇ ਕਿਆ 5G ਜਿਹੜੀ ਹੈ ਉਹ ਸਰ ਕਿਆ ਹੈਲਥ ਹੈਜ਼ਰਡ ਸਿਹਤ ਲਈ ਹਾਨੀਕਾਰਕ ਹੈ? ਦੇਖੋ ਜੀ, ਇਹਦੇ 'ਚ ਤੇ ਕੋਈ ਸ਼ੱਕ ਨਹੀਂ ਕਿ ਜਦੋਂ ਇਹ ਜਿਹੜੀਆਂ ਇੰਟਰਨੈਟ ਦੇ ਜਾਂ ਟੈਕਨੋਲੋਜੀ ਦੀ ਵਧਾਉਣ ਵਾਸਤੇ ਸਪੀਡ ਵਧਾਉਣ ਵਾਸਤੇ ਜਿਹੜੀਆਂ ਰੇਜ਼ ਤੇ ਵੇਵਸ ਹੈਗੀਆਂ, ਇਹਨਾਂ ਦੇ ਹੈਲਥ ਤੇ ਇਫੈਕਟ ਹੈਗੇ ਆ। ਇਹ ਜਨਰਲ ਆਬਜ਼ਰਵੇਸ਼ਨ ਹੈ ਕਿ ਸਪੈਰੋ ਘਟ ਗਈ ਸਾਡੀ, ਅਸੀਂ ਦੇਖਣ ਪਿੱਛੇ 10-15 ਸਾਲਾਂ ਤੋਂ ਹੀ ਘਟੀ ਹੈ। ਔਰ ਜਿਹੜੇ ਏਰੀਏ 'ਚ ਜਿੱਥੇ ਇੰਟਰਨੈਟ ਦੇ ਟਾਵਰ ਨਹੀਂ ਹੈਗੇ ਉੱਥੇ ਸਪੈਰੋ ਫਿਰ ਵੀ ਨਜ਼ਰ ਆ ਜਾਂਦੀ ਹੈ, ਪਰ ਸ਼ਹਿਰਾਂ 'ਚ ਬਿਲਕੁਲ ਹੀ ਨਹੀਂ ਨਜ਼ਰ ਆਉਂਦੀ ਜੀ। ਸੋ ਇਹੀ ਮੰਨਿਆ ਜਾਂਦਾ ਕਿ ਥੋੜ੍ਹਾ ਬਹੁਤਾ ਪੋਲਿਊਸ਼ਨ ਦਾ ਕੰਟਰੀਬਿਊਟਰੀ ਇਫੈਕਟ ਹੈ ਤੇ ਪਲੱਸ ਹੈ ਜਿਹੜੀਆਂ ਰੇਜ਼ ਹੈਗੀਆਂ ਇਹਦਾ ਇਫੈਕਟ ਹੈਗਾ। 5G ਦੀਆਂ ਡੈਫੀਨੇਟਲੀ ਜੇ ਸਪੀਡ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਇੰਟਰਨੈਟ ਆਪਾਂ ਚਾਹੁੰਦੇ ਹਾਂ ਕਿ ਜਲਦੀ ਕੰਮ ਹੋ ਜਾਏ ਟੈਕਨੋਲੋਜੀ ਫਾਸਟ ਹੋ ਜਾਏ ਤਾਂ ਉਹਦਾ ਕੋਈ ਕਾਸਟ ਵੀ ਹੈ ਔਰ ਡੈਫੀਨੇਟਲੀ ਉਹਦਾ ਹਿਊਮਨ ਹੈਲਥ ਐਨੀਮਲ ਹੈਲਥ ਔਰ ਪਲਾਂਟਸ ਔਰ এনवायरमेंट ਤੇ ਇਫੈਕਟ ਤੇ ਹੋਣਗੇ ਰੇਡੀਏਸ਼ਨਸ ਦੇ। ਹੁਣ ਡਿਫਰੈਂਟ ਏਜੰਸੀਜ਼ ਦੇ ਡਿਫਰੈਂਟ ਵਰਜ਼ਨ ਹੈਗੇ ਆ। WHO ਨੇ ਤੇ ਇੱਕ ਜਗ੍ਹਾ ਤੇ ਕਿਹਾ ਕਿ ਕੋਈ ਜ਼ਿਆਦਾ ਹਾਰਮਫੁਲ ਇਫੈਕਟ ਨਹੀਂ ਹੈਗੇ, ਸਿਰਫ ਥਰਮਲ ਇਫੈਕਟ ਉਹਨਾਂ ਨੇ ਚੈੱਕ ਕੀਤੇ ਤੇ ਜ਼ਿਆਦਾ ਨਹੀਂ ਹੈਗੇ। ਲੇਕਿਨ ਔਨ ਦਾ ਕੰਟਰੇਰੀ ਇੰਟਰਨੈਸ਼ਨਲ ਕਮਿਸ਼ਨ ਔਨ ਨਾਨ ਆਇਓਨਾਈਜ਼ਿੰਗ ਰੇਡੀਏਸ਼ਨਸ ਉਹਨਾਂ ਦਾ ਕਹਿਣਾ ਹੈ ਔਰ ਫੋਰਨ ਕੰਟਰੀਜ਼ 'ਚ ਲਗਭਗ 390 ਸਾਇੰਟਿਸਟਾਂ ਨੇ ਆਪਣੀ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ਜਿਹੜੇ ਫੋਰਨ 'ਚ ਰਿਸਰਚ ਹੋਈ ਹੈ ਉਹ ਅਨਬਾਇਸਡ ਵੇ 'ਚ ਹੋਣੀ ਚਾਹੀਦੀ ਹੈ, ਜਿਹੜੀ ਆਲਰੇਡੀ ਹੋਈ ਹੈ ਠੀਕ ਨਹੀਂ ਹੋਈ, ਉਹ ਥੋੜਾ ਅਨਪਾਰਸ਼ੀਅਲ ਵੇ 'ਚ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ 2-4-6 ਮਹੀਨੇ ਦੀ ਸਟੱਡੀ ਕਰਕੇ ਆਪਾਂ ਉਹਦੇ ਪੂਰੇ ਇਫੈਕਟਾਂ ਨੂੰ ਨਹੀਂ ਜਾਣ ਸਕਦੇ ਜੀ। ਕਿਉਂਕਿ ਕੁਝ ਇਫੈਕਟ ਹੁੰਦੇ ਜਿਹੜੇ ਇਮੀਡੀਏਟ ਹੁੰਦੇ, ਸ਼ਾਰਟ ਟਰਮ ਹੁੰਦੇ ਆ, ਕੁਝ ਹੁੰਦੇ ਆ ਜਿਹੜੇ ਲੌਂਗ ਟਰਮ ਲੌਂਗ ਡਿਊਰੇਸ਼ਨ ਤੋਂ ਬਾਅਦ ਐਕਸਪੋਜ਼ਰ ਤੋਂ ਬਾਅਦ ਸ਼ੋ ਹੁੰਦੇ ਆ। ਜਿਵੇਂ ਥਰਮਲ ਇਫੈਕਟ ਹੈ ਵੀ ਆਪਾਂ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਫੋਨ ਤੇ ਜ਼ਿਆਦਾ ਦੇਰ ਗੱਲ ਕਰਦੇ ਹਾਂ, ਬੈਟਰੀ ਗਰਮ ਹੋ ਗਈ, ਹੱਥ ਗਰਮ ਹੋ ਜਾਂਦਾ, ਕੰਨ ਗਰਮ ਹੋ ਜਾਂਦਾ ਜੀ। ਸਿਮਿਲਰਲੀ ਕੁਝ ਥਰਮਲ ਇਫੈਕਟ ਹੈ, ਕੁਝ ਰੇਡੀਏਸ਼ਨ ਦੇ ਇਫੈਕਟ ਹੈ ਜਿਹੜੇ ਇਮੀਡੀਏਟਲੀ ਨਹੀਂ ਪਤਾ ਲੱਗਦੇ, ਬਟ ਉਹ ਸਾਡੇ ਬ੍ਰੇਨ ਨੂੰ, ਸਾਡੀ ਬੋਡੀ ਨੂੰ ਤੇ এনवायरमेंट ਨੂੰ ਇਫੈਕਟ ਕਰਦੇ ਆ। ਤਾਂ ਡਾਕਟਰ ਸਾਹਿਬ ਇਹ ਮੰਨਿਆ ਜਾ ਰਿਹਾ ਵੀ ਇਹ ਜਿਹੜੀ ਰੇਡੀਏਸ਼ਨ ਹੈ 4G ਨਾਲੋਂ 100 ਟਾਈਮਸ ਜ਼ਿਆਦਾ ਹੋਏਗੀ, 100 ਗੁਣਾ ਜ਼ਿਆਦਾ ਹੋਏਗੀ, ਤੇ ਇਹਦਾ ਬਟ ਨੈਚੁਰਲ ਹੈ ਜੀ ਵੀ ਕੁਛ ਨਾ ਕੁਛ ਕੀਮਤ ਵੀ ਚੁਕਾਉਣੀ ਪੈਂਦੀ ਹੈ ਫਿਰ ਇਨਸਾਨ ਨੂੰ। ਨੈਚੁਰਲੀ ਹੈ ਜੀ, ਨੈਚੁਰਲੀ ਹੈ। ਜੇ ਸਪੀਡ ਜ਼ਿਆਦਾ ਹੈ ਤੇ ਉਹਦਾ এনवायरमेंट ਦੇ ਵਿੱਚ ਸਾਨੂੰ ਵਿਜ਼ੀਬਲ ਤੇ ਨਹੀਂ ਹੈ ਰੇਜ਼, ਬਟ ਉਹਦਾ ਇੱਕ ਨੈਟਵਰਕ ਤੇ ਜਾਲ ਤੇ ਫੈਲਿਆ ਹੀ ਹੋਇਆ, ਤੇ ਉਹਦਾ ਸਾਡੀ ਬਾਡੀ ਤੇ, ਸਾਡੀ ਹੈਲਥ ਤੇ, ਸਾਡੇ ਮਾਈਂਡ ਤੇ ਇਫੈਕਟ ਤੇ ਹੈ ਹੀ ਹੈ। ਡਾਕਟਰ ਸਾਹਿਬ ਇਹ ਵੀ ਕਿਹਾ ਜਾ ਰਿਹਾ, ਦੇਖੋ ਕਾਫੀ ਸੋਸ਼ਲ ਮੀਡੀਆ ਤੇ ਇਹਨੂੰ ਡਿਬੇਟ ਵੀ ਕਹਿ ਲਓ ਚੱਲੀ ਸੀ ਕਿ ਵੀ 5G ਹੈ ਜਿਹੜਾ ਇਹਦੇ ਕੋਵਿਡ ਇੱਕ ਕਾਰਨ ਹੈ 5G ਕਰਕੇ, ਕਿਉਂਕਿ 5G ਦੇ ਟਰਾਇਲ ਕੁਝ ਦੇਸ਼ਾਂ ਸ਼ੁਰੂ ਹੋ ਗਏ, ਕਈ ਜਗ੍ਹਾ ਤੇ ਇਹ ਸ਼ੁਰੂ ਵੀ ਹੋ ਗਿਆ, ਹੁਣ ਇੰਡੀਆ 'ਚ ਤਾਂ ਹੁਣ ਟਰਾਇਲ ਸ਼ੁਰੂ ਹੋ ਰਹੇ ਨੇ ਜੀ। ਇਹ ਕਿੰਨਾ ਕੁ ਸੱਚ ਹੈ? ਦੇਖੋ ਜੀ, ਗੱਲਾਂ ਤੇ ਸੁਣਨ 'ਚ ਆ ਰਹੀਆਂ ਹੈ, ਠੀਕ ਹੈ,
ਬਟ ਇੱਕ ਸਾਇੰਟਿਸਟ ਹੋਣ ਦੇ ਨਾਤੇ ਸਟ੍ਰੇਟ ਵੇ ਯੈਸ ਜਾਂ ਨੋ ਕਹਿਣਾ ਠੀਕ ਨਹੀਂ ਹੋਏਗਾ। ਇਹਦਾ ਤੇ ਇਹੀ ਹੈ ਕਿ ਇਹਦੇ ਤੇ ਪ੍ਰੋਪਰ ਮੈਥਡੋਲੋਜੀ ਦੇ ਨਾਲ ਸਾਇੰਟੀਫਿਕ ਰਿਸਰਚ ਹੋਵੇ ਤੇ ਲੌਂਗ ਟਰਮ ਔਰ ਸ਼ਾਰਟ ਟਰਮ ਇਫੈਕਟਸ ਨੂੰ ਦੇਖਿਆ ਜਾਏ ਤੇ ਫਿਰ ਹੀ ਇਹਦਾ ਮੁਲਾਂਕਣ ਹੋ ਸਕਦਾ ਹੈ ਕਿ ਇਹਦਾ ਕੋਵਿਡ ਦੇ ਨਾਲ ਕਿੰਨਾ ਰਿਲੇਸ਼ਨ ਹੈ। ਜਾਂ ਦੂਸਰੇ ਤਰੀਕੇ ਨਾਲ ਮੈਂ ਕਹਾਂ ਤੇ ਇਹਦੇ ਜੇ ਹਾਰਮਫੁਲ ਇਫੈਕਟਸ ਹੋਣਗੇ ਤੇ ਮੇਬੀ ਕੋਵਿਡ ਡਾਇਰੈਕਟਲੀ ਕਰਨ ਚ ਤੇ ਕਾਰਨ ਦੇ ਬਾਰੇ ਨਹੀਂ ਕਿਹਾ ਜਾ ਸਕਦਾ, ਪਰ ਹਾਂ ਸਾਡੀ ਇਮਿਊਨਿਟੀ ਨੂੰ ਡਾਊਨ ਕਰਦੇ ਹੋ ਸਕਦੇ ਨੇ, ਸਾਡੀ ਮਾਨਸਿਕ ਸਥਿਤੀ ਦਾ ਥੋੜਾ ਡਿਸਟਰਬ ਕਰਦੇ ਹੋ ਸਕਦੇ ਨੇ। ਜਾਂ ਇਮਿਊਨਿਟੀ ਡਾਊਨ ਹੋਈ ਤੇ ਵਾਇਰਲ ਡਿਜ਼ੀਜ਼ ਤੇ ਕੋਈ ਵੀ ਸਾਡੀ ਪ੍ਰੋਬੇਬਿਲਿਟੀ ਵੱਧ ਜਾਂਦੀ ਹੈ ਇਨਫੈਕਸ਼ਨ ਹੋਣ ਦੀ, ਤੇ ਦੈਨ ਦਾ ਚਾਂਸਸ ਆਫ ਕੋਵਿਡ ਇਨਫੈਕਸ਼ਨ ਆਰ ਆਲਸੋ ਦੇਅਰ। ਜਾਂ ਜਿਹੜੇ ਇੰਪਰੂਵ ਨਹੀਂ ਹੋ ਰਹੇ, ਅੱਗੇ ਤੋਂ ਹੁੰਦਾ ਸੀ ਵਾਇਰਲ ਹੋਇਆ ਤੇ ਠੀਕ ਹੋ ਗਿਆ, ਪਰ ਹੁਣ ਜਿੰਨੇ ਜ਼ਿਆਦਾ ਸੀਰੀਅਸ ਪ੍ਰੋਲੋਂਗ ਹੋਈ ਜਾ ਰਿਹਾ, ਸੀਰੀਅਸ ਹੋਈ ਜਾ ਰਿਹਾ, ਬੋਡੀ ਰਿਕਵਰ ਹੀ ਨਹੀਂ ਕਰਦੀ ਪਈ। ਇੱਕ ਤੇ ਕਾਰਨ ਹੈ ਕਿ ਨਵਾਂ ਵਾਇਰਸ ਹੈ, ਸਾਡੀ ਬੋਡੀ ਦੀ ਇਮਿਊਨਿਟੀ ਆਲਰੇਡੀ ਨਹੀਂ ਹੈਗੀ, ਪਰ ਦੂਸਰਾ ਕਾਰਨ ਹੋ ਸਕਦਾ ਹੈ ਕਿ ਜਿੱਥੇ ਰੇਜ਼ ਦਾ ਇਫੈਕਟ ਵੀ ਹੋ ਸਕਦਾ ਹੈ। ਇਹ ਤੇ ਫਿਰ ਇਹਦੇ ਤੇ ਰਿਸਰਚ ਕਰਨ ਤੋਂ ਬਾਅਦ ਹੀ ਕਮੈਂਟ ਕਰਨਾ ਠੀਕ ਹੋਏਗਾ। ਤੇ ਡਾਕਟਰ ਸਾਹਿਬ ਇਹਦੀ ਕਿਆ ਇਹਨੂੰ ਸ਼ੁਰੂ ਕਰਨ 'ਚ ਜਲਦਬਾਜ਼ੀ ਕੀਤੀ ਜਾ ਰਹੀ ਹੈ? ਜਿਵੇਂ ਤੁਸੀਂ ਦੱਸਿਆ ਵੀ ਇਹਦੀ ਥੋਰੋ ਸਟੱਡੀ ਨਹੀਂ ਹੋਈ, ਕਿਉਂਕਿ ਇਹ ਹਾਰਮਫੁਲ ਹੈ ਇਨਸਾਨ ਦੇ ਲਈ ਤੇ ਨੇਚਰ ਤੇ ਇਨਸਾਨ ਦੋਨਾਂ ਲਈ ਹਾਰਮਫੁਲ ਹੈ, ਤੇ ਇਹਦੇ ਤੇ ਇੱਕ ਪੂਰੀ ਸਟੱਡੀ ਹੋਣ ਤੋਂ ਬਾਅਦ ਹੀ ਇਹਦਾ ਟ੍ਰਾਇਲ ਦੀ ਇਜਾਜ਼ਤ ਦੇਣੀ ਚਾਹੀਦੀ ਸੀ। ਬਿਲਕੁਲ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਨੋ ਡਾਊਟ ਅਸੀਂ ਵੀ ਪਹਿਲੇ ਜਦੋਂ ਦਾ ਅਸੀਂ ਨਵੇਂ ਕੰਪਿਊਟਰ ਯੂਜ਼ ਕਰਨੇ ਸ਼ੁਰੂ ਕੀਤੇ ਜੀ, 2G ਤੋਂ 3G 4G ਆਇਆ, ਸਪੀਡ ਵਧੀ, ਅਸੀਂ ਵੀ ਬੜੇ ਖੁਸ਼ ਹੋਏ ਕਿ ਇੱਕ ਬਟਨ ਦਬਾਓ ਤੇ ਫਟਾਫਟ ਇਨਫੋਰਮੇਸ਼ਨ ਬਾਹਰ ਆ ਜਾਂਦੀ ਜੀ, ਤੇ ਲੱਗਦਾ ਕਿ 5G ਆਏਗੀ ਤੇ ਹੋਰ ਛੇਤੀ ਕੰਮ ਹੋ ਜਾਏਗਾ। ਲੇਕਿਨ ਇਹਦੇ ਨਾਲ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਦਾ ਸਾਡੀ ਬੋਡੀ ਤੇ ਕੀ ਇਫੈਕਟ ਹੈ, ਸਾਡੇ এনवायरमेंट ਤੇ ਕੀ ਇਫੈਕਟ ਹੈ, ਸਾਡੀ ਪਲਾਂਟਸ ਤੇ ਕੀ ਇਫੈਕਟ ਹੈ, ਕਿਉਂਕਿ ਜੀਣਾ ਔਰ ਵਿਚਰਨਾ ਤੇ ਅਸੀਂ ਐਸੇ এনवायरमेंट ਦੇ ਵਿੱਚ ਹੈ ਜੀ। ਜੇ ਉਹੀ ਠੀਕ ਨਹੀਂ ਹੋਏਗਾ ਜਾਂ ਸਾਡੀ ਸਿਹਤ ਹੀ ਠੀਕ ਨਹੀਂ ਹੋਏਗੀ ਤੇ ਇਹ ਸਾਰੀ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ। ਰਦਰ ਇਸ ਚੀਜ਼ਾਂ ਨੂੰ ਡਿਸਕਰੇਜ ਕਰਨਾ ਚਾਹੀਦਾ। ਹਾਂ, ਜੇ ਇਹ ਚੀਜ਼ਾਂ ਲਿਆਉਣੀਆਂ ਚਾਹੀਦੀਆਂ, ਟੈਕਨੋਲੋਜੀ ਦੀ ਐਡਵਾਂਸਮੈਂਟ ਹੋਣੀ ਚਾਹੀਦੀ ਹੈ, ਬਟ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਹੈਲਥ ਤੇ ਇਫੈਕਟ ਨਾ ਹੋਵੇ, ਔਰ ਇਹਦਾ ਵਾਸਤੇ ਪ੍ਰੋਪਰ ਲੌਂਗ ਟਰਮ ਸਟੱਡੀਜ਼ ਕੰਡਕਟ ਕਰਨੀਆਂ ਚਾਹੀਦੀਆਂ ਜਿਹੜੀਆਂ ਕਿ ਦੇਖਣ ਕਿ ਬੋਡੀ ਤੇ ਕੀ ਇਫੈਕਟ ਹੈਗਾ, ਔਰ ਅਨਪਾਰਸ਼ੀਅਲ ਵੇਚ ਹੋਣੀਆਂ ਚਾਹੀਦੀਆਂ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕਮਰਸ਼ੀਅਲ ਹਾਊਸਿਸ ਤੇ ਮੋਸਟਲੀ ਆਪਣੀ ਸਟੱਡੀ ਰਿਸਰਚ ਦੇ ਕਰਵਾਉਣਗੇ ਵੀ, ਤਾਂ ਉਹਦੇ ਪਿੱਛੇ ਉਹਨਾਂ ਦਾ ਥੋੜਾ ਬਹੁਤਾ ਸਵਾਰਥ ਤੇ ਰਹੇਗਾ ਹੀ ਰਹੇਗਾ, ਉਹਨਾਂ ਦਾ ਮੋਟਿਵ ਕੁਝ ਹੋਰ ਹੁੰਦਾ। ਹਾਂਜੀ, ਉਹਨਾਂ ਦਾ ਤੇ ਮੋਟਿਵ ਇਹੀ ਹੋਏਗਾ ਕਿ ਇਹ ਥਰੂ ਹੋ ਜਾਏ। ਤੇ ਡਾਕਟਰ ਸਾਹਿਬ ਇੱਕ ਗੱਲ ਕਿ ਆਇਓਨਾਈਜ਼ਿੰਗ ਰੇਡੀਏਸ਼ਨ ਤੇ ਨੌਨ ਆਇਓਨਾਈਜ਼ਿੰਗ ਰੇਡੀਏਸ਼ਨ ਹੈ, ਇਹ ਕੀ ਫਰਕ ਹੈ ਦੋਨਾਂ 'ਚ? ਦੇਖੋ ਜੀ, ਆਇਓਨਾਈਜ਼ਿੰਗ ਰੇਡੀਏਸ਼ਨ ਹੁੰਦੀਆਂ ਜਿਨ੍ਹਾਂ ਦੀ ਵੇਵਲੈਂਥ ਘੱਟ ਹੁੰਦੀ ਹੈ ਤੇ ਬੋਡੀ ਦੇ ਅੰਦਰ ਡੀਪਲੀ ਪੈਨੀਟ੍ਰੇਟ ਕਰ ਜਾਂਦੀਆਂ, ਜਿਵੇਂ ਅਲਫਾ ਰੇਜ਼ ਹੋ ਗਈਆਂ, ਐਕਸ ਰੇਜ਼ ਹੋ ਗਈਆਂ, ਬੀਟਾ ਰੇਜ਼ ਹੋ ਗਈਆਂ। ਤੇ ਇੱਕ ਨੌਨ ਆਇਓਨਾਈਜ਼ਿੰਗ ਰੇਡੀਏਸ਼ਨ ਹੁੰਦੀਆਂ ਜਿਹੜੀਆਂ ਕਿ ਵੇਵਲੈਂਥ ਜ਼ਿਆਦਾ ਹੁੰਦੀ ਹੈ, ਬਹੁਤੀ ਡੀਪਲੀ ਨਹੀਂ ਪੈਨੀਟ੍ਰੇਟ ਕਰਦੀਆਂ, એનર્ਜੀ ਲੈ ਥੋੜਾ ਘੱਟ ਹੁੰਦੀ ਹੈ। ਉਹਦੇ 'ਚ ਅਲਟਰਾਵਾਇਲਟ ਰੇਜ਼, ਵਿਜ਼ੀਬਲ ਰੇਜ਼, ਇਨਫਰਾਰੈਡ ਰੇਜ਼ ਤੇ ਰੇਡੀਓ ਫ੍ਰੀਕੁਐਂਸੀ ਵੇਵਸ ਆ ਜਾਂਦੀਆਂ, ਤੇ ਇਹ ਜਿਹੜੀ ਆਪਣੇ ਮੋਬਾਈਲ ਦੇ ਲਈ ਵੀ ਰੇਡੀਓ ਫ੍ਰੀਕੁਐਂਸੀ ਵੇਵਸ 'ਚ ਆ ਜਾਏਗੀ, ਮਤਲਬ ਨੌਨ ਆਇਓਨਾਈਜ਼ਿੰਗ 'ਚ ਆ ਜਾਏਗੀ। ਨੌਨ ਆਇਓਨਾਈਜ਼ਿੰਗ ਤੇ ਸਰ ਕਿ ਜਿਵੇਂ ਕਿਹਾ ਜਾਂਦਾ ਵੀ ਐਕਸ-ਰੇ ਬਾਰ-ਬਾਰ ਨਹੀਂ ਕਰਾਉਣਾ ਚਾਹੀਦਾ, ਜਾਂ ਇਹ ਸੇਮ ਪ੍ਰੋਸੀਜਰ ਹੈ ਕਿ ਤੇ ਮੋਬਾਈਲ ਤੇ ਸਾਡੇ ਕੋਲ ਕਹ ਲਓ ਕਿ ਜ਼ਿੰਦਗੀ ਦਾ ਹਿੱਸਾ ਬਣ ਗਿਆ, ਬੈੱਡ ਤੇ ਜਾਂਦੇ ਹਾਂ ਤਾਂ ਵੀ ਮੋਬਾਈਲ ਸਾਡੇ ਕੋਲ ਹੈ, ਇਹਨੂੰ ਇੱਕ ਮਿੰਟ ਵੀ ਆਪਣੇ ਕੋਲੋਂ ਦੂਰ ਨਹੀਂ ਕਰਦੇ। ਬਿਲਕੁਲ ਠੀਕ ਹੈ ਜੀ, ਪਰ ਅਸੀਂ ਲੋਕੀ ਨਾ ਜਿਹੜੀ ਮੋਬਾਈਲ ਦੇ ਨਾਲ ਪ੍ਰੀਕਾਸ਼ਨਸ ਹੁੰਦੀਆਂ ਨਾ ਉਹਨੂੰ ਧਿਆਨ ਨਾਲ ਨਹੀਂ ਪੜ੍ਹਦੇ। ਕਈ ਵਾਰੀ ਮੋਬਾਈਲਸ 'ਤੇ ਲਿਖਿਆ ਹੁੰਦਾ ਹੈ, ਵਾਰਨਿੰਗ ਦਿੱਤੀ ਹੁੰਦੀ ਹੈ ਕਿ ਇਹਨੂੰ ਬੋਡੀ ਦੇ ਕੰਟੈਕਟ 'ਚ ਨਾ ਲਿਆਓ, ਜਾਂ ਬੋਡੀ ਤੋਂ ਥੋੜ੍ਹਾ ਜਿਹਾ 2 ਸੈਂਟੀਮੀਟਰ 4 ਸੈਂਟੀਮੀਟਰ ਦਾ ਘੱਟੋ ਘੱਟ ਗੈਪ ਹੋਣਾ ਚਾਹੀਦਾ, ਜਾਂ ਰਾਤੀ ਸੌਣ ਲੱਗੇ ਸਿਰ ਦੇ ਸਿਰਹਾਣੇ ਕੋਲ ਰੱਖ ਕੇ ਨਾ ਸੋਵੋ, ਇਹ ਘੱਟ ਤੋਂ ਘੱਟ 6 ਫੁੱਟ ਜਾਂ ਤੋਂ ਜ਼ਿਆਦਾ ਦੇ ਦੂਰੀ ਤੇ ਹੋਣਾ ਚਾਹੀਦਾ, ਤਾਂ ਕਿ ਇਹਦੀਆਂ ਜਿਹੜੀਆਂ ਰੇਜ਼ ਹੈਗੀਆਂ ਉਹ ਸਾਡੀ ਬੋਡੀ ਤੇ ਇਫੈਕਟ ਨਾ ਕਰਨ। ਤਾਂ ਸਟੱਡੀਜ਼ ਕਹਿੰਦੀਆਂ ਕਿ ਇਹਦੇ ਹਾਰਮਫੁਲ ਇਫੈਕਟਸ ਹੈ, ਕੁਝ ਆਕਸੀਡੇਟਿਵ ਡੀਜਨਰੇਸ਼ਨ ਹੁੰਦੀ ਹੈ ਬੋਡੀ 'ਚ, ਆਕਸੀਡੇਸ਼ਨ ਮੈਕੈਨਿਜ਼ਮ ਦੀ ਵਜ੍ਹਾ ਨਾਲ ਸੈਲਸ ਦੀ ਵੇਅਰ ਐਂਡ ਟੀਅਰ ਵੱਧ ਜਾਂਦੀ ਹੈ। ਸਰ ਆਕਸੀਡੇਸ਼ਨ ਲਾਈਕ ਥੋੜਾ ਦੱਸ ਦੇਣਾ, ਥੋੜਾ ਜਿਹਾ ਬਰੀਫ ਕਰ ਦੇਣਾ ਵੀ ਕੀ ਹੈ ਆਕਸੀਡੇਸ਼ਨ, ਵਾਟ ਇਜ਼ ਮਤਲਬ ਜਿਵੇਂ ਆਪਾਂ ਕਹਿੰਦੇ ਫ੍ਰੀ ਰੈਡੀਕਲ ਇੰਜਰੀ ਹੋ ਜਾਂਦੀ ਹੈ, ਫ੍ਰੀ ਆਕਸੀਜਨ ਬਣ ਜਾਂਦੀ ਬੋਡੀ 'ਚ, ਬੋਡੀ ਦੀ ਵੇਅਰ ਐਂਡ ਸੈਲਸ ਦੀ ਵੇਅਰ ਐਂਡ ਟੀਅਰ ਵੱਧ ਜਾਂਦੀ ਹੈ, ਉਹਦੀ ਰਿਪੇਅਰ ਨਹੀਂ ਹੋ ਪਾਉਂਦੀ ਪ੍ਰੋਪਰਲੀ, ਉਹਦੇ ਨਾਲ ਫਿਰ ਡੀਜਨਰੇਟਿਵ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਆ। ਹੁਣ ਪ੍ਰੈਗਨੈਂਟ ਲੇਡੀ ਹੈ, ਉਹ ਆਪਾਂ ਕਹਿੰਦੇ ਆ ਕਿ ਜਿਹੜਾ ਬੱਚਾ ਵੋਮ 'ਚ ਹੈਗਾ ਉਹਦੇ ਤੇ ਵੀ ਇਫੈਕਟ ਹੋ ਸਕਦਾ ਹੈ। ਇਹ ਤਾਂ ਹੁਣ ਸਟੱਡੀ ਰਿਸਰਚ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ, ਲੌਂਗ ਟਰਮ ਰਿਸਰਚ ਹੋਏ ਤਾਂ ਹੀ ਪਤਾ ਲੱਗੇਗਾ ਕਿ ਡਿਊਰਿੰਗ ਪ੍ਰੈਗਨੈਂਸੀ ਹੁਣ ਜੇ ਆ ਗਿਆ ਇੱਕ ਵਾਰੀ 5G, ਉਹਦੀ ਰੇਜ਼ ਤੇ এনवायरमेंट 'ਚ ਆ ਗਈਆਂ, ਤੇ ਜਿਹੜੀ ਪ੍ਰੈਗਨੈਂਟ ਲੇਡੀਜ਼ ਹੈ ਜਾਂ ਜਿਹੜੇ ਨਵੇਂ ਜੰਮੇ ਬੱਚੇ ਹੈ, ਉਹਨਾਂ ਦੀ ਬੋਡੀ ਤੇ, ਉਹਨਾਂ ਦੇ ਬ੍ਰੇਨ ਤੇ, ਉਹਨਾਂ ਦੇ ਮਾਈਂਡ ਤੇ, ਉਹਨਾਂ ਦੀ ਡਿਵੈਲਪਮੈਂਟ ਤੇ ਕੀ ਇਫੈਕਟ ਹੋਏਗਾ। ਹੁਣ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਬੱਚਿਆਂ 'ਚ ਹਾਈਪਰ ਐਕਟੀਵਿਟੀ ਡਿਸਆਰਡਰ ਬੜਾ, ਹਾਈਪਰ ਐਕਟਿਵ ਬੜੇ, ਜਾਂ ਹੋਰ ਤਰ੍ਹਾਂ ਦੀ ਕਈ ਮਤਲਬ ਹਾਈਪਰ ਐਕਟਿਵ, ਗੁੱਸੇ 'ਚ, ਸ਼ਾਰਟ ਟੈਂਪਰਡ ਵੀ ਹੈ, ਗੁੱਸੇ 'ਚ ਵੀ ਹੈ। ਉਹ ਮਤਲਬ ਜਦੋਂ ਸਾਈਕੈਟ੍ਰਿਸਟ ਕੋਲ ਜਾਓ ਉਹ ਕਹਿੰਦੇ ਜੀ ਫਾਸਟ ਮੂਵਿੰਗ ਪਿਕਚਰਸ ਨਹੀਂ ਨਾ ਦਿਖਾਓ, ਟੀਵੀ ਬਹੁਤਾ ਨਾ ਦਿਖਾਓ। ਇਸ ਤਰ੍ਹਾਂ ਹੀ ਰੇਜ਼ ਦਾ ਵੀ ਇਫੈਕਟ ਹੈਗਾ ਬੋਡੀ ਤੇ, ਮਾਈਂਡ ਤੇ।
ਇਸ ਤੋਂ ਇਲਾਵਾ ਜਿਹੜਾ ਜੀਨੋਟੌਕਸਿਕ ਇਫੈਕਟ ਹੈ ਬਾਡੀ ਤੇ, ਇਹ ਬਲੱਡ ਸੈਲਸ ਤੇ ਵੀ ਇਹਦਾ ਇਫੈਕਟ ਹੋ ਸਕਦਾ ਹੈ, ਕੈਂਸਰ ਦਾ ਵੀ ਕਾਰਨ ਬਣ ਸਕਦਾ ਹੈ ਲੌਂਗ ਟਰਮ ਦੇ ਵਿੱਚ। ਬ੍ਰੇਨ ਦੀ ਜਿਹੜੇ ਕੋਗਨੀਟਿਵ ਥਿੰਕਿੰਗ ਜਾਂ ਇਸ ਤਰ੍ਹਾਂ ਦੇ ਜਿਹੜੇ ਫੰਕਸ਼ਨਸ ਹੈ ਉਹ ਵੀ ਅਫੈਕਟ ਹੋ ਸਕਦੇ ਹੈ। ਮੈਮਰੀ ਤੇ ਵੀ ਇਫੈਕਟ ਹੋ ਸਕਦਾ ਹੈ ਰੇਜ਼ ਦਾ। ਮਤਲਬ ਜੇ ਬ੍ਰੇਨ ਨੂੰ ਇਫੈਕਟ ਕਰੇਗੀ ਤੇ ਇਨ ਦਾ ਲੌਂਗ ਰਨ ਕੀ ਰਿਜ਼ਲਟ ਆਉਣਗੇ ਤੇ ਸਟੱਡੀ ਕਰਕੇ ਹੀ ਪਤਾ ਚੱਲੇਗਾ। ਬਟ ਜਿਹੜੀਆਂ ਸਾਇੰਟੀਫਿਕ ਆਰਗੇਨਾਈਜੇਸ਼ਨਸ ਹੈਗੀਆਂ, ਜਿਹੜਾ ਮੈਂ ਤੁਹਾਨੂੰ ਦੱਸਿਆ ਹੁਣੇ ਕਿ ਇੰਟਰਨੈਸ਼ਨਲ ਕਮਿਸ਼ਨ ਔਨ ਨਾਨ ਆਇਓਨਾਈਜ਼ਿੰਗ ਰੇਡੀਏਸ਼ਨ ਵਾਲਿਆਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਜਿਹੜੀ ਇਹਦੇ ਬਾਰੇ ਰਿਸਰਚ ਹੈ ਅਨਬਾਇਸਡ ਵੇ 'ਚ ਹੋਣੀ ਚਾਹੀਦੀ ਹੈ, ਅਨਪਾਰਸ਼ੀਅਲ ਵੇ 'ਚ ਹੋਣੀ ਚਾਹੀਦੀ ਹੈ। ਮਤਲਬ ਉਹਨਾਂ ਦਾ ਮੰਨਣਾ ਕਿ ਪਾਰਸ਼ੀਅਲਿਟੀ ਕੀਤੀ ਗਈ ਇਹਦੇ ਵਿੱਚ। ਹਾਂ, ਵੀ ਕੋਈ ਥੋੜਾ ਜਲਦੀ ਲਾਂਚ ਕਰ ਦਿੱਤੀ ਗਈ ਹੈ ਤੇ ਬਈ ਲੌਂਗ ਟਰਮ ਇਫੈਕਟ ਇਸ ਤਰ੍ਹਾਂ ਦੇ ਵੀ ਦੇਖਣੇ ਚਾਹੀਦੇ। ਈਵਨ ਰੀਪਰੋਡਕਟਿਵ ਆਰਗਨਸ ਤੇ ਵੀ ਇਫੈਕਟ ਹੋ ਸਕਦਾ ਹੈ, ਸਪਰਮ ਕਾਊਂਟ ਘਟ ਸਕਦਾ ਹੈ ਤੇ ਆਪਾਂ ਕਹਿ ਸਕਦੇ ਕਿ ਸਟਰਲਿਟੀ ਵਰਗੀਆਂ ਚੀਜ਼ਾਂ ਵੀ। ਅੱਛਾ ਡਾਕਟਰ ਸਾਹਿਬ, ਇਹ ਸੁਣਨ ਚ ਆਇਆ ਕਿ ਵੀ ਜਾਪਾਨ ਤਾਂ 7G ਤੱਕ ਪਹੁੰਚ ਗਿਆ, ਕਿੰਨਾ ਸੱਚ ਹੈ? ਡੈਫੀਨੇਟਲੀ ਜੀ ਇਹ ਚੀਜ਼ਾਂ ਯੂਜ਼ ਤੇ ਹੋ ਰਹੀਆਂ ਅਲੱਗ-ਅਲੱਗ ਜਗ੍ਹਾ ਤੇ, ਬਟ ਉਹੀ ਗੱਲ ਹੈ ਕਿ ਜਿੱਥੇ ਲਾਰਜ ਪੋਪੂਲੇਸ਼ਨ ਹੈ ਉਹਦੇ ਲੌਂਗ ਟਰਮ ਇਫੈਕਟਸ ਦਾ ਕਿੰਨਾ ਅਗੇਨ ਡਿਪੈਂਡ ਕਰਦਾ ਹੈ ਕਿ ਪ੍ਰੋਟੈਕਟਿਵ ਮੈਜਰਸ ਉਹਨਾਂ ਨੇ ਲਿੱਤੇ ਕਿ ਨਹੀਂ ਲਿੱਤੇ। ਜੇ ਤੇ ਆਪਾਂ ਸਪੋਜ਼ ਸਰਕਾਰੀ ਤੰਤਰ 'ਚ ਯੂਜ਼ ਕਰ ਰਹੇ ਹਾਂ ਔਰ ਪ੍ਰੋਟੈਕਟਿਵ ਮੈਜਰ ਲੈ ਰਹੇ ਹਾਂ ਸਾਰੇ, ਫਿਰ ਤੇ ਠੀਕ ਹੈ। ਪਰ ਜਦੋਂ ਜਨਰਲ ਪਬਲਿਕ ਦੇ ਯੂਟਿਲਾਈਜੇਸ਼ਨ ਵਾਸਤੇ ਚੀਜ਼ ਆ ਜਾਂਦੀ ਹੈ, ਫਿਰ ਕੀ ਹੁੰਦਾ ਹੈ, ਕਮਰਸ਼ੀਅਲ ਅਦਾਰਿਆਂ ਦਾ ਸਾਰਿਆਂ ਦਾ ਹੁੰਦਾ ਕਿ ਸਸਤੀ ਚੀਜ਼ ਕੱਢੋ ਜਿਹੜੀ ਕਿ ਹਰ ਬੰਦਾ ਅਫੋਰਡ ਕਰ ਸਕੇ। ਤੇ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਪ੍ਰੋਟੈਕਟਿਵ ਮੈਜਰਸ ਹੈਗੇ ਨੇ ਉਹ ਕੰਪਰੋਮਾਈਜ਼ ਹੋ ਜਾਂਦੇ ਨੇ ਜਾਂ ਕੁਆਲਿਟੀ ਕੰਪਰੋਮਾਈਜ਼ ਹੋ ਜਾਂਦੀ ਹੈ ਤੇ ਉਹਦਾ ਹੈਲਥ ਤੇ ਫਿਰ ਇਫੈਕਟ ਤੇ ਫਿਰ ਮਤਲਬ ਕੁੱਲ ਮਿਲਾ ਕੇ ਡਾਕਟਰ ਸਾਹਿਬ ਜਿਹੜੀ ਸਾਡੀ ਟੈਕਨੋਲੋਜੀ ਹੈ ਉਹ ਟੈਕਨੋਲੋਜੀ ਤੇ ਵੱਧ ਰਹੀ ਹੈ ਤੇ ਸਾਡੀ ਜਿਹੜੀ ਹੈ ਜਿਹੜੀ ਸਿਹਤ ਹੈ ਉਹ ਖਰਾਬ ਹੋ ਰਹੀ ਹੈ। ਹਾਂ, ਐਕਸੈਸ ਯੂਜ਼ ਨਾਲ ਖਰਾਬ ਹੋ ਰਹੀ ਹੈ। ਜੇ ਜੁਡੀਸ਼ੀਅਸ ਯੂਜ਼ ਕਰੀਏ, ਸਾਰੇ ਪ੍ਰੋਟੈਕਟਿਵ ਮੈਜਰਸ ਲਈਏ, ਜਿੰਨਾ ਸਮਾਂ ਉਹ ਕਹਿੰਦੇ ਆ ਉਹਨੇ ਬਸ ਉਹਨੇ ਲਿਮਿਟਿਡ ਸਮੇਂ ਵਾਸਤੇ ਯੂਜ਼ ਕਰੀਏ। ਗੈਜਟਸ ਨੂੰ ਹਰ ਵੇਲੇ ਆਪਣੇ ਜੇਬ 'ਚ ਪਾ ਕੇ ਨਾ ਰੱਖੀਏ, ਸਿਰ ਦੇ ਸਰਾਣੇ ਰੱਖ ਕੇ ਨਾ ਸੋਈਏ ਤੇ ਇਹਨਾਂ ਚੀਜ਼ਾਂ ਦਾ ਜੇ ਇhtiyਾਤ ਵਰਤੀਏ ਫਿਰ ਤੇ ਠੀਕ ਹੈ। ਤੇ ਜੇ 2-2 ਘੰਟੇ ਕੰਨ ਨੂੰ ਲਗਾ ਕੇ ਫੋਨ ਤੇ ਗੱਲਾਂ ਹੀ ਕਰੀ ਗਏ ਤੇ ਫਿਰ ਉਹਦਾ ਇਫੈਕਟ ਤੇ ਆਏਗਾ। ਡਾਕਟਰ ਸਾਹਿਬ ਹੁਣ ਕੋਵਿਡ ਨੇ ਤਾਂ ਬੱਚਿਆਂ ਪਹਿਲੇ ਸੀ ਕਹਿੰਦੇ ਸੀ ਗੈਜਟਸ ਤੋਂ ਦੂਰ ਰਹੋ, ਪਰ ਹੁਣ ਆਪ ਹੀ ਪਕੜਾਣੇ ਪੈ ਗਏ ਬੱਚਿਆਂ ਨੂੰ। ਪੈ ਗਏ, ਇਹ ਤੇ ਹੋਰ ਜ਼ਿਆਦਾ ਖਤਰਨਾਕ ਹੈ। ਬਿਲਕੁਲ ਠੀਕ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੱਚਿਆਂ ਦੀ ਪੜ੍ਹਾਈ ਤੇ ਅਸੀਂ ਕੰਟੀਨਿਊ ਕਰਾ ਲਈ, ਬਟ ਉਹਨਾਂ ਨੂੰ ਗੈਜਟਸ ਦੇ ਕੇ ਉਹਨਾਂ ਦੇ ਆਈਜ਼ ਤੇ ਇਫੈਕਟ ਆ ਰਿਹਾ, ਉਹਨਾਂ ਦਾ ਸਿਟਿੰਗ ਪੋਸਚਰ ਦੇ ਕਰਕੇ ਸਾਰਾ ਦਿਨ ਬੈਠੇ ਰਹਿਣ ਕਰਕੇ ਇਫੈਕਟ ਆ ਰਿਹਾ ਉਹਨਾਂ ਦਾ। ਅੱਛਾ, ਫਿਰ ਕੱਲੀ ਪੜ੍ਹਾਈ ਤੇ ਕਰਨੇ ਨਹੀਂ, ਜਦੋਂ ਹੱਥ 'ਚ ਮੋਬਾਈਲ ਆ ਗਿਆ, YouTube ਆ ਗਈ, ਸਾਰਾ ਕੁਝ ਅਵੇਲੇਬਲ ਹੈ, ਚੰਗਾ ਮਾੜਾ ਸਭ ਕੁਝ ਚੀਜ਼ਾਂ ਅਵੇਲੇਬਲ ਹੈ। ਜਾਂ ਚਲੋ ਕਾਰਟੂਨ ਹੀ ਦੇਖੀ ਜਾਂਦੇ, ਆਊਟਡੋਰ ਐਕਟੀਵਿਟੀਜ਼ ਬੰਦ ਹੋ ਗਈਆਂ ਬੱਚਿਆਂ ਦੀ ਕਿਉਂਕਿ ਹੁਣ ਕੋਵਿਡ ਰਿਸਟ੍ਰਿਕਸ਼ਨ ਕਰਕੇ ਜਾਣਾ ਠੀਕ ਵੀ ਨਹੀਂ ਹੈ। ਤੇ ਜੇ ਆਪਾਂ ਐਜੂਕੇਸ਼ਨ ਨੂੰ ਕੰਟੀਨਿਊ ਕਰਾਇਆ, ਪਰ ਡੈਫੀਨੇਟਲੀ ਇਟ ਇਜ਼ ਐਟ ਕਾਸਟ। ਆਪਾਂ ਹੈਜ਼ਰਡਸ ਵੀ ਨਾਲ ਲਿੱਤੇ ਹੈ, ਮੋਬਾਈਲਾਂ ਦੇ ਵੀ, ਟੈਕਨੋਲੋਜੀ ਦੇ ਵੀ ਤੇ ਫਿਜ਼ੀਕਲ ਇਨਐਕਟੀਵਿਟੀ ਦੀ ਵਜ੍ਹਾ ਨਾਲ। ਤੇ ਡਾਕਟਰ ਸਾਹਿਬ ਕਿਤੇ ਕੁਝ ਪਬਲਿਸ਼ ਹੋਇਆ ਇਹਨੂੰ ਲੈ ਕੇ, 5G ਨੂੰ ਲੈ ਕੇ? ਕੋਈ ਜਿਵੇਂ ਸਾਇੰਟਿਸਟ ਨੇ, ਤੁਸੀਂ ਕਿਹਾ ਵੀ 390 ਸਾਇੰਟਿਸਟ ਨੇ ਲਿਖ ਕੇ ਦਿੱਤਾ ਹੈ ਵੀ ਇਹਦੇ ਇਫੈਕਟਸ ਨੇ, ਸਟੱਡੀਜ਼ ਪ੍ਰੋਪਰ ਨਹੀਂ ਹੋਈਆਂ। ਕਿਆ ਕੁਝ ਜਰਨਲ ਪਬਲਿਸ਼ ਹੋਇਆ ਜਾਂ ਇਹਨਾਂ ਨੂੰ ਛੁਪਾਇਆ ਜਾ ਰਿਹਾ ਹੈ? ਕੁਝ ਸਟੱਡੀਜ਼ ਇਹਨਾਂ ਨੇ ਪਬਲਿਸ਼ ਹੋਈਆਂ ਜੀ, ਉਹਨਾਂ ਵਿੱਚ ਤੇ ਕਈਆਂ 'ਚ ਇਹੀ ਕਿਹਾ ਗਿਆ ਕਿ ਕੋਈ ਜ਼ਿਆਦਾ ਸੀਰੀਅਸ ਇਫੈਕਟ ਨਹੀਂ ਹੈਗੇ ਜੀ, ਮਾਈਨਰ ਥਰਮਲ ਇਫੈਕਟ ਹੈਗੇ ਵੀ ਜਿਵੇਂ ਆਪਾਂ ਕਹਿੰਦੇ ਆ ਕਿ ਮੋਬਾਈਲ ਯੂਜ਼ ਕਰੀਏ ਤੇ ਹੱਥ ਗਰਮ ਹੋ ਜਾਂਦਾ, ਉਹ ਵੀ ਥੋੜੀ ਦੇਰ ਵਾਸਤੇ। ਸਟੱਡੀਜ਼ ਤੇ ਕੁਝ ਇਹੋ ਜਿਹੀਆਂ ਇੰਨਾ ਕੀ ਕਹਿੰਦੀਆਂ, ਬਟ ਔਨ ਦਾ ਕੰਟਰੇਰੀ ਜਿਹੜੀਆਂ ਕਿ ਰੇਡੀਏਸ਼ਨਸ ਦੇ ਨਾਲ ਡੀਲ ਕਰਦੀਆਂ ਆਰਗੇਨਾਈਜੇਸ਼ਨਸ, ਉਹਨਾਂ ਦੇ ਸਾਇੰਟਿਸਟਾਂ ਨੇ ਤੇ ਡਾਕਟਰਾਂ ਨੇ ਕਿਹਾ ਕਿ ਜਿਹੜੀਆਂ ਸਟੱਡੀਜ਼ ਹੋਈਆਂ ਉਹ ਅਨਪਾਰਸ਼ੀਅਲ ਵੇ 'ਚ ਹੋਣੀਆਂ ਚਾਹੀਦੀਆਂ। ਇਹ ਨਹੀਂ ਗਾ ਕਿ ਜਿਹੜੀ ਫੰਡਿੰਗ ਏਜੰਸੀ ਹੈਗੀ ਉਹਦਾ ਆਪਣਾ ਇੰਟਰਸਟ ਹੋਵੇ ਵਿੱਚ ਤੇ ਉਹ ਸਟੱਡੀ ਕਰਾ ਰਹੀ ਹੋਵੇ ਤੇ ਡੈਫੀਨੇਟਲੀ ਉਹਦੇ ਰਿਜ਼ਲਟ ਕੋਈ ਬਹੁਤੇ ਰਿਲਾਇਬਲ ਨਹੀਂ ਮੰਨਾਂਗੇ। ਤੇ ਡਾਕਟਰ ਸਾਹਿਬ ਫਿਰ ਕੁੱਲ ਮਿਲਾ ਕੇ ਤਾਂ ਸਾਰਾ ਕਾਰਪੋਰੇਟ ਹਾਊਸਿਸ ਦੇ ਹੱਥਾਂ 'ਚ ਰਹਿ ਗਿਆ ਨਾ, ਅਸੀਂ ਉਹ ਆਪਣੀ ਮਰਜ਼ੀ ਨਾਲ ਸਟੱਡੀ ਕਰਾ ਰਹੇ ਹਾਂ, ਆਪਣੀ ਮਰਜ਼ੀ ਨਾਲ ਸਭ ਕੁਝ ਕਰਾ ਰਹੇ ਹਾਂ। ਹਾਂ, ਇਹ ਮੇਰਾ ਤੇ ਇਹੀ ਮੰਨਣਾ ਹੈ ਕਿ ਗਵਰਨਮੈਂਟ ਨੂੰ ਆਪਣੇ ਪੱਧਰ ਤੇ ਆਪਣੀ ਇੰਸਟੀਟਿਊਸ਼ਨਸ, ਆਪਣੇ ਸਾਇੰਟਿਸਟ ਨੂੰ ਇਨਵੋਲਵ ਕਰਕੇ ਜਿਹਦੇ 'ਚ ਟੈਕਨੋਲੋਜੀ ਵਾਲੇ ਬੰਦੇ ਹੋਣ, ਹੈਲਥ ਡਿਪਾਰਟਮੈਂਟ ਦੇ ਲੋਕ ਹੋਣ। ਡਾਕਟਰ ਸਾਹਿਬ ਗਵਰਨਮੈਂਟ ਕੋਲ ਤਾਂ ਇੰਨੇ ਰਿਸੋਰਸਿਸ ਨਹੀਂ ਹੈ ਨਾ ਪੈਸਾ ਨਾ, ਨਹੀਂ ਫੰਡਿੰਗ ਹੈ। ਤੁਸੀਂ ਆਪਣੀ ਗੱਲ ਕਰ ਲਓ, ਰਿਸਰਚ ਵਰਕ ਦੇਖੋ ਨਾ, ਐਡਾ ਵੱਡਾ ਮੈਡੀਕਲ ਕਾਲਜ ਹੈ ਤੇ ਰਿਸਰਚ ਵਰਕ ਜਿਹੜਾ ਉਹ ਜਿੰਨਾ ਹੋ ਸਕਦਾ ਹੈ ਇੱਥੇ, ਜਿੰਨਾ ਪੋਟੈਂਸ਼ੀਅਲ ਹੈ ਉਹਨਾਂ ਨੇ ਉਭਾਰਿਆ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਜੀ ਕਿ ਸਾਡੇ ਕੰਟਰੀ 'ਚ ਥੋੜ੍ਹਾ ਜਿਹਾ ਆਪਾਂ ਨੇ ਰਿਚ ਨਹੀਂ ਹੈਗੇ, ਸਰਕਾਰਾਂ ਸਾਡੀਆਂ ਇੰਨੀਆਂ ਰਿਚ ਨਹੀਂ ਹੈਗੀਆਂ, ਸਫੀਸ਼ੀਐਂਟ ਨਹੀਂ ਹੈਗੀਆਂ। ਰਿਸਰਚ ਹੁੰਦੀ ਤੇ ਹੈ ਬਟ ਆਪਾਂ ਉਹ ਇੰਨੀ ਜ਼ਿਆਦਾ ਨਹੀਂ ਕਹਿ ਸਕਦੇ ਕਿ ਫੋਲੋ ਅਸੀਂ ਉਹਨਾਂ ਨੂੰ ਕਰਦੇ ਹਾਂ ਜਿਹੜੇ ਬਹੁਤ ਅੱਗੇ ਨੇ ਸਾਡੇ ਨਾਲ। ਤੇ ਸਰ ਤੁਸੀਂ ਕੁਝ ਹੋਰ ਦੱਸਣਾ ਚਾਹੋ ਇਹਦੇ ਬਾਰੇ, 5G ਬਾਰੇ? ਮੈਂ ਬਸ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਜਿਵੇਂ ਉਹ ਜਿਹੜੀ ਮੈਂ ਤੁਹਾਨੂੰ ਗੱਲ ਕੀਤਾ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਕੁਝ ਸ਼ੱਕ ਜ਼ਾਹਰ ਕੀਤੇ ਹੈ। ਉਹਨਾਂ ਨੇ ਕਿਹਾ ਹੈ ਕਿ ਕੁਝ ਬਿਮਾਰੀਆਂ ਹੋ ਸਕਦੀਆਂ, ਜਿਵੇਂ ਪ੍ਰੈਗਨੈਂਸੀ ਦਾ ਮੈਂ ਤੁਹਾਨੂੰ ਦੱਸਿਆ, ਬੱਚਿਆਂ ਦਾ ਦੱਸਿਆ, ਬ੍ਰੇਨ 'ਤੇ ਇਫੈਕਟ ਹੋ ਸਕਦਾ ਹੈ, ਕੈਂਸਰ ਹੋ ਸਕਦਾ ਹੈ, ਸਪਰਮ
ਤੇ ਜਾਂ ਫਰਟੀਲਿਟੀ ਦਾ ਇਫੈਕਟ ਹੋ ਸਕਦਾ ਹੈ। ਜੈਨੇਟਿਕ ਡਿਸਆਰਡਰ ਵੀ ਹੋ ਸਕਦੇ ਆ ਵੀ ਲੌਂਗ ਟਰਮ ਜਦੋਂ ਇਫੈਕਟ ਹੋਏਗਾ ਕੋਈ 10-20 ਸਾਲ 25 ਸਾਲ ਜਦੋਂ ਬੱਚਾ ਜੰਮਦਾ ਬੱਚਾ ਹੀ ਵਰਤੀ ਜਾ ਰਿਹਾ ਤੇ ਉਹਦੇ ਤੇ ਮੇ ਵੀ ਕਿ ਉਹਦੇ ਲੌਂਗ ਟਰਮ ਇਫੈਕਟਸ ਜੀਨਸ ਜਾਂ ਵੀ ਸਾਡੇ ਅਫੈਕਟ ਹੋਣ ਤੇ ਉਹ ਫਰਦਰ ਜਨਰੇਸ਼ਨ ਵੀ ਅਫੈਕਟ ਹੋ ਸਕਦੀਆਂ। ਬੱਚਿਆਂ 'ਚ ਲਰਨਿੰਗ ਤੇ ਮੈਮਰੀ ਡਿਸਆਰਡਰ ਵੀ ਆ ਸਕਦੇ ਵੀ ਉਹਨਾਂ ਦੀ ਲਰਨਿੰਗ ਕੈਪੈਸਿਟੀ ਡਾਕਟਰ ਸਾਹਿਬ ਉਹ ਤਾਂ ਪਹਿਲੇ ਲਰਨਿੰਗ ਖਤਮ ਹੋ ਗਈ ਹੈ। ਅਸੀਂ ਟਾਈਮ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਨੂੰ 300 ਫੋਨ ਜਵਾਨੀ ਯਾਦ ਹੁੰਦਾ ਸੀ ਤੇ ਹੁਣ ਪਰਿਵਾਰ ਦੇ ਫੋਨ ਨੰਬਰ ਯਾਦ ਨਹੀਂ ਹੁੰਦੇ। ਹਾਂ ਉਹ ਤੇ ਬਿਲਕੁਲ ਜੀ ਬਿਲਕੁਲ ਉਹ ਤੇ ਹੁਣ ਹੈਬਿਟਸ ਚੇਂਜ ਹੋ ਗਈਆਂ। ਬਿਲਕੁਲ ਠੀਕ ਹੈ ਤੁਸੀਂ। ਤੇ ਹੋਰ ਡਾਕਟਰ ਸਾਹਿਬ ਕੁਝ ਬਸ ਇਹੀ ਹੈ ਅਲਟੀਮੇਟਲੀ ਕਿ ਜਨਰਲ ਵੈਲਬੀਇੰਗ ਤੇ ਹੈਲਥ ਤੇ। ਦੂਸਰਾ ਇੱਕ ਹੋਰ ਹੈ ਕਿ ਤੁਸੀਂ ਨੋਟ ਕੀਤਾ ਹੋਏਗਾ ਕਿ ਫੋਨ ਜਾਂ ਟੈਕਨੋਲੋਜੀ ਜ਼ਿਆਦਾ ਯੂਜ਼ ਕਰਕੇ ਥੋੜੀ ਕੁਝ ਸਮੇਂ ਬਾਅਦ ਇਰੀਟੇਬਲ ਜਿਹਾ ਫੀਲ ਕਰਨਾ ਸ਼ੁਰੂ ਕਰ ਦਿੰਦਾ ਬੰਦਾ। ਚਿੜਚਿੜਾਪਨ ਆ ਗਿਆ ਬੱਚਿਆਂ 'ਚ ਖਾਸ ਕਰਕੇ। ਚਿੜਚਿੜਾਪਨ ਜ਼ਿਆਦਾ ਆ ਗਿਆ ਬੱਚਿਆਂ 'ਚ। ਇਟ ਇਜ਼ ਆਲ ਬਿਕੋਜ਼ ਆਫ ਥੀਸ ਥਿੰਗਸ ਵੀ ਕੈਨ ਸੇ। ਤੇ ਦੇਖੋ ਨਾ ਮੋਟੀ ਜੀ ਗੱਲ ਹੈ ਜੇ ਚਿੜੀ ਤੇ ਇਫੈਕਟ ਹੈਗਾ ਤੇ ਕੀ ਇਨਸਾਨ ਤੇ ਨਹੀਂ ਹੋਏਗਾ? ਬਿਲਕੁਲ ਨੇਚਰ ਤੇ ਇਫੈਕਟ ਹੈ ਤੇ ਇਨਸਾਨ ਤੇ ਵੀ ਹੋਏਗਾ। ਤੇ ਡਾਕਟਰ ਸਾਹਿਬ ਵੈਸੇ ਇੱਕ ਨਾਰਮਲ ਬੰਦੇ ਨੂੰ ਕਿੰਨਾ ਚਿਰ ਯੂਜ਼ ਕਰਨਾ ਚਾਹੀਦਾ ਮੋਬਾਈਲ? ਮੈਂ ਤਾਂ ਕਹਾਂਗਾ ਜੀ ਮਿਨੀਮਮ ਯੂਜ਼ ਕਰਨਾ ਚਾਹੀਦਾ ਪਰ ਹੁਣ ਹਾਲਾਤ ਜ਼ਿੰਦਗੀ ਦਾ ਹਿੱਸਾ ਬਣ ਗਿਆ। ਹੁਣ ਜ਼ਿੰਦਗੀ ਦਾ ਹਿੱਸਾ ਬਣ ਗਿਆ। ਹੁਣ ਸਾਨੂੰ ਆਫੀਸ਼ੀਅਲ ਮੈਸੇਜ ਵੀ ਜਿਹੜੇ ਆਣੇ ਆ ਈਮੇਲ ਆਣੀ ਹੈ WhatsApp ਤੇ ਲੈਟਰ ਆਣੀ ਹੈ ਮੋਬਾਈਲ ਤੇ ਹੀ ਆਣੀ ਹੈ। ਵੀਡੀਓ ਜਿਹੜੀਆਂ ਮੀਟਿੰਗਾਂ ਹੁੰਦੀਆਂ ਸਾਡੀਆਂ ਉਹ ਵੀ ਵਰਚੁਅਲ ਪਲੇਟਫਾਰਮ ਤੇ ਹੀ ਹੁੰਦੀਆਂ ਤੇ ਕੋਸ਼ਿਸ਼ ਕਰੀਦੀ ਆ ਥੋੜਾ ਦੂਰ ਰੱਖ ਕੇ ਤੇ ਇਹਨੂੰ ਅਟੈਂਡ ਕਰੀਏ ਤੇ ਕੰਨ ਦੇ ਨਾਲ ਸਾਰਾ दिन लगाने की बजाय बेटर है कि ईयरफोन बंदा यूज़ कर ले। तो धन्यवाद हमारे साथ बात करने के लिए। डॉक्टर संजीव महाजन हैं, ये सरकारी मेडिकल कॉलेज के SPM विभाग के मुखिया हैं। इन्होंने बताया कि 5G आने वाले समय में कितना घातक हो सकता है। इस पर स्टडीज़ तो जो हुई हैं वो कितनी ठीक हुई हैं वो भी इन्होंने बता दिया है। कुछ साइंटिस्ट, सबसे बड़ी बात जो 390 साइंटिस्टों की ओर से लिख कर दिया गया है कि 5G लाने में बहुत जल्दबाजी की जा रही है। क्या भारत जैसा देश अफोर्ड करता है ऐसी चीज़ें? क्योंकि हमारी जनसंख्या भी बहुत है और हमारे पास साधनों की भी कमी है। लेकिन जो अब 5G आएगा तो उसके इफ़ेक्ट तो होंगे ही। पहले चिड़िया ख़त्म हो गई, कहीं ऐसा ना हो धीरे धीरे हम एडवांस टेक्नोलॉजी की तरफ तो बढ़ते जा रहे हैं और अपनी सेहत को गंवा बैठे। अमृतसर से D4 न्यूज़ के लिए दीपक भंडारी की खास रिपोर्ट।